हाँ जी बच्चे, नैक्सट साडा जिहड़ा मेन टॉपिक है वो है अटोमिक मास का। अटोमिक मास जिवें कि बेटा इहदे नाम तो ही सानू पता चल रहा है कि अटोमिक मास जिहड़ा एटम दा मास है। एटम हुण तुहानू पता चल गया कि एटम की है, वो समॉलेस्ट पार्टिकल है जिहदे तो एलीमेंट बनती है। ठीक है, हुण एटम दा जिहड़ा एक एटम दा मास आ उहनू असीं की कहांगे अटोमिक मास। अटोमिक मास ऑफ एन एलीमेंट इज़ relative mass of its one atom। ਕਿਸੇ ਐਲੀਮੈਂਟ ਦਾ ਅਟੋਮਿਕ ਮਾਸ ਕੀ ਆ, ਉਹਦੇ ਇੱਕ ਐਟਮ ਦਾ ਮਾਸ ਐਜ਼ ਕੰਪੇਅਰ ਟੂ ਦਾ ਮਾਸ ਆਫ ਐਨ ਐਟਮ ਆਫ ਕਾਰਬਨ 12 ਟੇਕਨ ਐਜ਼ 12। ਹੁਣ ਦੇਖੋ ਬੱਚੇ, ਅਸੀਂ ਕਿਸੇ ਵੀ ਚੀਜ਼ ਦਾ ਮਾਸ ਨਾਪਣਾ ਹੋਵੇ, ਸਾਨੂੰ ਪਤਾ ਆ, ਅਸੀਂ ਬਾਜ਼ਾਰ ਜਾਂਦੇ ਹਾਂ, ਅਸੀਂ ਕੋਈ ਸ਼ਾਪਿੰਗ ਕਰਦੇ ਹਾਂ, ਅਸੀਂ ਕਿਸੇ ਸ਼ਾਪਕੀਪਰ ਕੋਲ ਜਾਂਦੇ, ਕਿਸੇ ਦੁਕਾਨਦਾਰ ਕੋਲ ਜਾਂਦੇ, ਅਸੀਂ ਉਹਨੂੰ ਕਹਿੰਦੇ ਹਾਂ ਕਿ ਸਾਨੂੰ 1 ਕਿਲੋ, ਮੰਨ ਲਓ ਅਸੀਂ ਪਿਆਜ਼ ਹੀ ਲੈਣੇ ਆ, ਅਸੀਂ ਉਹਨੂੰ ਦੁਕਾਨਦਾਰ ਨੂੰ ਕਹਿੰਦੇ ਆ ਕਿ ਸਾਨੂੰ 1 ਕਿਲੋ ਪਿਆਜ਼ ਦੇ ਦੇ। ਠੀਕ ਆ, ਉਹ ਕੀ ਕਰਦਾ ਆ ਕਿ 1 ਕਿਲੋ ਦਾ ਇੱਕ ਪਾਸੇ ਜਿਹੜਾ ਆ ਉਹ ਵੇਟ ਰੱਖ ਲੈਂਦਾ, ਜਿਹੜਾ ਉਹਨੇ ਵੱਟਾ ਰੱਖਿਆ ਹੁੰਦਾ ਸਟੈਂਡਰਡ, ਸਾਨੂੰ ਉਹਨੂੰ ਤੋਂ ਇੱਕ ਪਹਿਲਾਂ ਹੀ ਉਹ ਮਿਣਿਆ ਹੁੰਦਾ ਹੈ ਕਿ 1 ਕਿਲੋ ਦਾ ਵੱਟਾ ਹੈ, ਉਹਦੇ ਇਵੇਜ ਦੇ ਵਿੱਚ ਉਹ ਸਾਨੂੰ ਜਿਹੜੇ ਪਿਆਜ਼ ਪਾ ਲੈਂਦਾ। ਮੰਨ ਲਓ 1 ਕਿਲੋ ਦੇ ਵਿੱਚ ਸਾਡੇ 6-7 ਜਿਹੜੇ ਪਿਆਜ਼ ਆ ਉਹ ਬਣ ਗਏ। ਠੀਕ ਹੈ, ਇਹਦਾ ਮਤਲਬ ਹੈ ਕਿ ਸਾਨੂੰ ਕੀ ਪਤਾ ਲੱਗ ਗਿਆ ਕਿ 1 ਕਿਲੋ ਦੇ ਵਿੱਚ 7 ਪਿਆਜ਼ ਨੇ। ਓਕੇ, ਹੁਣ 1 ਕਿਲੋ ਜਿਹੜਾ ਉਹ ਪਹਿਲਾਂ ਤੋਂ ਸਟੈਂਡਰਡ ਮੰਨਿਆ ਹੋਇਆ, ਉਹਦੇ ਤੋਂ ਅਸੀਂ ਮੰਨ ਕੇ ਜਿਹੜਾ ਆਪਣੀ ਚੀਜ਼ ਕਿਸੇ ਨੂੰ ਵੀ ਮਿਣ ਸਕਦੇ ਹਾਂ। ਜੇ ਇਸੇ ਤਰੀਕੇ ਨਾਲ ਅਸੀਂ 2 ਕਿਲੋ ਚੀਜ਼ ਲੈਣੀ ਹੋਵੇ ਤੇ ਅਸੀਂ 1 ਕਿਲੋ ਦਾ 2 ਗੁਣਾ ਕਰ ਦਾਂਗੇ। ਜੇ ਅਸੀਂ 3 ਕਿਲੋ ਚੀਜ਼ ਲੈਣੀ ਹੋਵੇ ਤੇ 3 ਗੁਣਾ, 4 ਗੁਣਾ, 5 ਗੁਣਾ, ਮਤਲਬ ਸਾਨੂੰ 1 ਕਿਲੋ ਵੇਟ ਪਤਾ ਹੈ, ਉਹਦੇ ਤੋਂ ਅੱਗੇ ਅਸੀਂ ਉਹਨੂੰ ਗੁਣਾ ਕਰਦੇ ਜਾਵਾਂਗੇ ਜਿੰਨਾ ਮਾਸ ਵੱਧਦਾ ਜਾਵੇਗਾ। ਇਸੇ ਤਰ੍ਹਾਂ ਸਾਨੂੰ ਅਗਰ ਇੱਕ ਐਟਮ ਦਾ ਮਾਸ ਪਤਾ ਹੋਊਗਾ, ਉਹਨੂੰ ਅਸੀਂ ਸਟੈਂਡਰਡ ਮੰਨ ਲਿਆ। ਹੁਣ ਅਸੀਂ ਸਟੈਂਡਰਡ ਕਿਹਨੂੰ ਮੰਨਿਆ ਇੱਥੇ? ਕਾਰਬਨ 12 ਦੇ, ਕਾਰਬਨ ਦੇ ਐਟਮ ਨੂੰ ਅਸੀਂ ਸਟੈਂਡਰਡ ਮੰਨਿਆ। ਜਿੰਨਾ ਕਾਰਬਨ ਦਾ ਮਾਸ ਹੈ ਉਹਨੂੰ ਅਸੀਂ ਕੀ ਮੰਨ ਲਿਆ? ਸਟੈਂਡਰਡ। ਉਹਦੇ ਹਿਸਾਬ ਨਾਲ ਅਸੀਂ ਦੇਖਣਾ ਕਿ ਕਿਸੇ ਹੋਰ ਐਲੀਮੈਂਟ ਦਾ ਜਿਹੜਾ ਐਟਮ ਆ ਉਹ ਕਿੰਨਾ ਭਾਰਾ ਆ। ਮਤਲਬ ਅਗਰ ਕਿਸੇ ਦਾ ਅਟੋਮਿਕ ਮਾਸ, ਮੰਨ ਲਓ ਕਿਸੇ ਐਟਮ ਦਾ ਅਟੋਮਿਕ, ਕਿਸੇ ਐਲੀਮੈਂਟ ਦਾ ਅਟੋਮਿਕ ਮਾਸ ਜਿਹੜਾ ਆ ਉਹ 14 ਆ ਅਟੋਮਿਕ ਮਾਸ, ਤਾਂ ਇਹਦਾ ਮਤਲਬ ਆ ਉਹ ਕੀ ਆ? ਕਾਰਬਨ ਤੋਂ 14 ਹਿੱਸੇ ਭਾਰਾ। ਜੇਕਰ ਕਿਸੇ ਦਾ ਮਾਸ 13 ਆ, ਇਹਦਾ ਮਤਲਬ ਉਹ 13 ਹਿੱਸੇ ਭਾਰਾ ਆ। ਇਸੇ ਤਰੀਕੇ ਨਾਲ ਜਾਣੀ ਕਿ ਅਸੀਂ ਇੱਕ ਸਟੈਂਡਰਡ ਮੰਨ ਲਿਆ। ਸਟੈਂਡਰਡ ਕਿਹਨੂੰ ਮੰਨਿਆ? ਕਾਰਬਨ 12 ਨੂੰ। ਉਹਦੇ ਹਿਸਾਬ ਨਾਲ ਕੋਈ ਐਲੀਮੈਂਟ ਦਾ ਭਾਰ, ਕਿਸੇ ਐਟਮ ਦਾ ਭਾਰ ਉਹਦੇ ਤੋਂ ਕਿੰਨਾ ਜ਼ਿਆਦਾ ਹੈ, ਕਿੰਨੇ ਗੁਣਾ ਆ, ਉਹਨੂੰ ਅਸੀਂ ਜਿਹੜਾ ਉਹ ਮੇਜਰ ਕਰਦੇ। ਜਿਵੇਂ ਅਸੀਂ ਮਾਸ ਆਕਸੀਜਨ ਐਟਮ ਦਾ, ਆਕਸੀਜਨ ਐਟਮ ਜਿਹੜਾ ਇੱਥੇ ਅਸੀਂ ਇਹ ਆਕਸੀਜਨ ਜਿਹੜਾ ਹੈ O2 ਐਟਮ, ਵੈਸੇ ਇਕੱਲਾ ਆਕਸੀਜਨ ਲਿਖਦੇ, O ਲਿਖਦੇ ਆ, ਬਟ ਅਸੀਂ ਲਿਖਣ ਦੇ ਵਿੱਚ ਹੁਣ ਅਸੀਂ ਮੋਲੀਕਿਊਲ ਇਹ O2 ਹੈ, ਅਸੀਂ ਇਸੇ ਤਰੀਕੇ ਨਾਲ ਹੀ ਲਿਖਾਂਗੇ। ਆਕਸੀਜਨ ਐਟਮ ਦਾ ਮਾਸ ਕਿੰਨਾ ਹੈ? 1/12ਵਾਂ ਹਿੱਸਾ ਕਾਰਬਨ 12 ਦਾ ਤੇ ਨਾਲ ਅਟੋਮਿਕ ਨੰਬਰ ਆਫ ਆਕਸੀਜਨ। ਇਸੇ ਤਰ੍ਹਾਂ ਅਗਰ ਅਸੀਂ ਨਾਈਟ੍ਰੋਜਨ ਦਾ ਮੰਨਣਾ ਤੇ 1/12ਵਾਂ ਹਿੱਸਾ ਕਾਰਬਨ 12 ਦਾ, ਜਿਹੜਾ ਅਸੀਂ ਸਟੈਂਡਰਡ ਮੰਨਿਆ, ਯਾਨੀ ਕਿ ਜਿਹਦੇ ਤੋਂ ਅਸੀਂ ਮਿਲ ਰਹੇ ਹਾਂ ਕਿ ਇਹ ਤੋਂ ਕਿੰਨੀ ਹੈਵੀ ਆ ਜਾਂ ਕਿੰਨੀ ਲਾਈਟ ਆ, ਤੇ ਅਟੋਮਿਕ ਮਾਸ ਆਫ ਅਟੋਮਿਕ ਨੰਬਰ ਨਾਈਟ੍ਰੋਜਨ ਦਾ। ਇਸੇ ਤਰ੍ਹਾਂ ਅਸੀਂ ਕਲੋਰੀਨ ਦਾ, ਕਿ ਇਹ ਸਾਰੀਆਂ ਕੀ ਨੇ? ਵੱਖ-ਵੱਖ ਐਲੀਮੈਂਟਸ ਨੇ। 1/12ਵਾਂ ਹਿੱਸਾ ਮਾਸ ਦਾ ਕਾਰਬਨ 12 ਦਾ ਤੇ ਅਟੋਮਿਕ ਨੰਬਰ ਕਲੋਰੀਨ ਦਾ। ਹੁਣ ਇਹ ਜਿਹੜੀ ਆ ਚੀਜ਼ ਆ, ਅਸੀਂ ਆ ਬਾਰ-ਬਾਰ ਲਿਖ ਰਹੇ ਹਾਂ 1/12ਵਾਂ ਹਿੱਸਾ ਕਾਰਬਨ 12 ਦਾ, 1/12ਵਾਂ ਹਿੱਸਾ ਕਾਰਬਨ 12 ਦਾ। ਕਿਉਂ ਨਾ ਅਸੀਂ ਇਹਦੇ ਵਾਸਤੇ ਕੋਈ ਜਿਹੜਾ ਇੱਕ ਕੋਈ ਸਪੈਸ਼ਲ ਜਿਹੜਾ ਨਾਮ ਰੱਖ ਦਈਏ ਤਾਂ ਕਿ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ। ਇਹਦਾ ਅਸੀਂ ਸਪੈਸ਼ਲ ਨਾਮ ਰੱਖਤਾ AMU। ਅਗਰ ਕਿਤੇ AMU ਲਿਖਿਆ ਹੋਇਆ ਆ ਅਟੋਮਿਕ, ਇਹਦਾ ਪੂਰੀ ਫਾਰਮ ਕੀ ਹੈਗੀ ਆ? ਅਟੋਮਿਕ ਮਾਸ ਯੂਨਿਟ। ਜੇਕਰ ਕਿਤੇ ਵੀ AMU ਲਿਖਿਆ ਹੋਇਆ ਤੇ ਸਾਨੂੰ ਇੱਥੋਂ ਪਤਾ ਲੱਗ ਜਾਂਦਾ ਕਿ ਇਹ ਕੀ, ਕਿਹਨੂੰ ਡਿਟਰਮਿਨ ਕਰ ਰਿਹਾ? 1/12ਵਾਂ ਹਿੱਸਾ ਕਾਰਬਨ 12 ਦਾ। ਹੁਣ ਮੰਨ ਲਓ ਅਸੀਂ AMU ਲਿਖਿਆ ਆ, ਇਹ ਕੀ ਹੈਗਾ? ਸਟੈਂਡਰਡ ਯੂਨਿਟ, ਸਟੈਂਡਰਡ ਵਜੋਂ ਵਰਤਿਆ, ਜਿਹਦੀ ਇੱਕ ਆਪਣੀ ਵੈਲਿਊ ਆ 1/12ਵਾਂ ਹਿੱਸਾ ਕਾਰਬਨ ਐਟਮ ਦਾ। ਹੁਣ ਅਸੀਂ ਅਟੋਮਿਕ ਮਾਸ ਜਿਹੜਾ ਉਹ ਕੀ ਆ? ਮਾਸ ਆਫ ਐਟਮ ਬਟਾ 1/12ਵਾਂ ਹਿੱਸਾ ਆਫ ਮਾਸ ਆਫ ਕਾਰਬਨ 12 ਐਟਮ। ਇਹਦੇ 'ਚ ਅਸੀਂ ਸਪੈਸ਼ਲ, ਜਿਵੇਂ ਅਸੀਂ ਅਗਰ ਆਕਸੀਜਨ ਐਟਮ ਦਾ ਲਿਖਣਾ ਹੈ ਤੇ ਅਸੀਂ ਕੀ ਲਿਖ ਦਾਂਗੇ? ਸਿੰਪਲੀ ਲਿਖ ਦਾਂਗੇ 16 ਉਹਦਾ ਅਟੋਮਿਕ ਮਾਸ ਆ, ਤੇ ਨਾਲ ਅਸੀਂ AMU ਲਿਖਤਾ, ਇਹਦਾ ਮਤਲਬ ਸਾਨੂੰ ਉਹ ਕਾਰਬਨ 12 ਵਾਲਾ 12ਵਾਂ ਹਿੱਸਾ ਲਿਖਣ ਦੀ ਜ਼ਰੂਰਤ ਨਹੀਂ ਆ।
ਔਰ ਇਹ 16 ਕੀ ਡਿਟਰਮਿਨ ਕਰ ਰਿਹਾ, 16 ਕੀ ਦੱਸ ਰਿਹਾ ਕਿ ਆਕਸੀਜਨ ਦਾ ਜਿਹੜਾ ਮਾਸ ਆ ਉਹ 16 ਗੁਣਾ ਆ ਕਾਰਬਨ 12 ਦੇ ਮਾਸ ਨਾਲੋਂ। ਠੀਕ ਹੈ, ਅੱਗੇ ਹੈਗਾ ਬੱਚੇ ਮੋਲੀਕੂਲਰ ਮਾਸ। ਮੋਲੀਕੂਲਰ ਮਾਸ ਕੀ ਹੈਗਾ ਆ? ਮੋਲੀਕੂਲਰ ਮਾਸ ਆਫ ਸਬਸਟੈਂਸ ਇਜ਼ ਦਾ ਸਮ ਆਫ ਐਟੋਮਿਕ ਮਾਸਿਸ ਆਫ ਆਲ ਦਾ ਐਟਮ ਇਨ ਦਾ ਮੋਲੀਕੂਲ। ਹੁਣ ਤੁਹਾਨੂੰ ਪਤਾ ਹੈ, ਮੈਂ ਕੱਲ੍ਹ ਦੱਸਿਆ ਸੀਗਾ ਕਿ ਜਿਹੜੇ ਐਟਮ ਨੇ ਉਹ ਮਿਲ ਕੇ ਕੀ ਬਣਾਉਂਦੇ ਨੇ? ਮੋਲੀਕੂਲ। ਠੀਕ ਹੈ, ਜਿਵੇਂ ਆਕਸੀਜਨ ਕੀ ਆ? ਐਟਮ। ਹਾਈਡਰੋਜਨ ਕੀ ਆ? ਐਟਮ। ਮਿਲ ਕੇ ਕੀ ਬਣਾਇਆ ਇਹਨਾਂ ਨੇ? ਵਾਟਰ, ਜਿਹੜਾ ਕੀ ਬਣ ਗਿਆ? ਮੋਲੀਕੂਲ। ਹੁਣ ਇਹਦਾ ਜਿਹੜਾ ਮਾਸ ਆ ਦੋਵਾਂ ਐਲੀਮੈਂਟਸ ਦਾ ਵਿੱਚ, ਦੋਵਾਂ ਦੇ ਐਟਮਾਂ ਦਾ ਮਾਸ ਜਿਹੜਾ ਅਸੀਂ ਗਿਣ ਕੇ ਉਹਨੂੰ ਅਸੀਂ ਕੀ ਕਹਾਂਗੇ? ਐਟੋਮਿਕ ਮਾਸ। ਹੁਣ ਅਸੀਂ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ? ਹਾਊ ਟੂ ਕੈਲਕੂਲੇਟ ਮੋਲੀਕੂਲਰ ਮਾਸ। ਅਸੀਂ ਇਹ ਕੁਐਸਚਨਸ ਵੀ ਕੀਤੇ ਨੇ, ਜਿਵੇਂ ਅਸੀਂ ਵਾਟਰ ਦਾ ਮੋਲੀਕੂਲਰ ਮਾਸ ਹੀ ਕਰਨਾ ਹੈ ਕੈਲਕੂਲੇਟ। ਇਹਨੂੰ ਕੈਲਕੂਲੇਟ ਕਰਨ ਵਾਸਤੇ ਕੀ ਆ? ਨੰਬਰ ਆਫ ਐਟਮਸ, ਕਿ ਕਿੰਨੇ ਨੰਬਰ ਆਫ ਐਟਮ। ਜਿਵੇਂ ਹਾਈਡਰੋਜਨ ਦੇ ਕਿੰਨੇ ਨੰਬਰ ਆਫ ਐਟਮਸ ਨੇ ਇੱਥੇ? 2 ਨੰਬਰ ਆਫ ਐਟਮਸ 2 ਇਨਟੂ ਐਟੋਮਿਕ ਮਾਸ ਆਫ ਵਨ ਟਾਈਪ ਆਫ ਐਟਮ। ਪਹਿਲੇ ਦਾ ਐਟੋਮਿਕ ਮਾਸ ਕਿੰਨਾ ਆ? 1। ਹਾਈਡਰੋਜਨ ਦਾ ਐਟੋਮਿਕ ਮਾਸ ਕਿੰਨਾ ਹੁੰਦਾ? 1 ਪਲੱਸ ਇਹਦੇ ਨੰਬਰ ਆਫ ਐਟਮ, ਦੂਜੇ ਇਹਦਾ ਨੰਬਰ ਆਫ ਐਟਮ ਕਿੰਨੇ ਆ? 1 ਇਨਟੂ ਐਟੋਮਿਕ ਮਾਸ ਆਫ ਸੈਕਿੰਡ ਐਲੀਮੈਂਟ। ਇਹਦਾ ਐਟੋਮਿਕ ਮਾਸ ਕਿੰਨਾ ਵਾ ਸਾਡੇ ਕੋਲੋਂ? 16। ਇਹਨਾਂ ਨੂੰ ਪਲੱਸ ਕਰ ਦੇਣਾ, 2 ਇੰਟੂ 1 2 ਪਲੱਸ 16 ਕੀ ਬਣ ਗਿਆ? 18। ਨਾਲ ਅਸੀਂ ਕੀ ਲੱਗ ਦੇਣਾ? ਐਟੋਮਿਕ ਮਾਸ ਯੂਨਿਟ। ਇਹਦੇ ਨਾਲ ਰਿਲੇਟਡ ਅਸੀਂ ਕੁਐਸਚਨ ਜਿਹੜੇ ਉਹ ਅੱਗੇ ਵੀ ਕੀਤੇ ਆ। ਸੋ ਤੁਹਾਨੂੰ ਪਤਾ ਚੱਲ ਗਿਆ ਹੋਗਾ ਐਟੋਮਿਕ ਮਾਸ ਕੀ ਹੈ ਬੱਚੇ? ਐਟੋਮਿਕ ਮਾਸ ਕਿਸੇ ਮਾਸ ਆਫ ਐਟਮ, ਕਿਸੇ ਐਟਮ ਦਾ ਮਾਸ, ਤੇ ਮੋਲੀਕੂਲਰ ਮਾਸ ਕੀ ਆ? ਮਾਸ ਆਫ ਮੋਲੀਕੂਲ। ਐਟੋਮਿਕ ਮਾਸ ਜਿਹੜਾ ਆ ਉਹ ਅਸੀਂ ਸਟੈਂਡਰਡ ਕਾਰਬਨ 12 ਜਿਹੜਾ ਆਈਸੋਟੋਪ ਆ ਉਹਨੂੰ ਸਟੈਂਡਰਡ ਮੰਨ ਕੇ ਉਹਦੇ ਨਾਲ ਜਿਹੜਾ ਅਸੀਂ ਮਿਣਦੇ ਆ ਕਿ ਉਹਦੇ ਤੋਂ ਕੋਈ ਚੀਜ਼ ਕਿੰਨੀ ਹੈਵੀਅਰ ਆ ਤੇ ਜਾਂ ਕਿੰਨੀ ਲਾਈਟਰ ਹੈ।